सत श्री अकाल जी साਰਿਆਂ ਨੂੰ। ਵੈਲਕਮ ਟੂ ਸੰਦੀਪ ਖੋਖਰ ਲਰਨਿੰਗਸ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਇਕੋਨਮੀ ਦਾ ਜੋ ਆਪਾਂ ਕੋਰਸ ਅੱਜ ਸਟਾਰਟ ਕਰਨ ਜਾ ਰਹੇ ਹਾਂ। ਇਹ ਤੁਹਾਨੂੰ ਜੋ ਅਪਕਮਿੰਗ ਐਗਜ਼ਾਮ ਆ ਰਹੇ ਨੇ ਲਾਈਕ ਪੰਜਾਬ PCS ਆ ਰਿਹਾ, ਇਸ ਤੋਂ ਇਲਾਵਾ ਕਾਫੀ ਚਾਂਸਸ ਨੇ ਕਿ ਨਾਇਬ ਤਹਿਸੀਲਦਾਰ ਦੀਆਂ ਜੋ ਅਸਾਮੀਆਂ ਉਹ ਵੀ ਆਊਟ ਹੋ ਸਕਦੀਆਂ। ਇਸ ਤੋਂ ਇਲਾਵਾ ਕੋਆਪਰੇਟਿਵ ਇੰਸਪੈਕਟਰ ਦੀਆਂ ਅਸਾਮੀਆਂ ਨਿਕਲਣ ਦੇ ਵੀ ਕਾਫੀ ਚਾਂਸਸ ਨੇ। ਐਂਡ ਜੋ ਇਨ ਫਿਊਚਰ ਸੀਨੀਅਰ ਅਸਿਸਟੈਂਟ ਦਾ ਵੀ ਐਗਜ਼ਾਮ ਹੋਣ ਜਾ ਰਿਹਾ। ਇਸ ਤੋਂ ਇਲਾਵਾ ਜੋ SSS ਬੋਰਡ ਦੇ ਦੁਆਰਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਲਿਆ ਜਾ ਰਿਹਾ, ਉਸ ਦੇ ਵਿੱਚ ਵੀ ਇਕੋਨਮੀ ਆਉਣ ਦੇ ਕਾਫੀ ਚਾਂਸਸ ਨੇ। ਸੋ ਇਹ ਕੋਰਸ ਤੁਹਾਨੂੰ ਇਹਨਾਂ ਸਾਰੇ ਐਗਜ਼ਾਮੀਨੇਸ਼ਨਸ ਦੇ ਵਿੱਚ ਕਾਫੀ ਹੈਲਪ ਕਰੂਗਾ। ਕਾਫੀ ਸਾਥੀਆਂ ਨੂੰ ਇਹ ਲੱਗ ਸਕਦਾ ਕਿ ਇਹ ਜ਼ਿਆਦਾ ਹੀ ਡੀਪ ਕਰਵਾਇਆ ਜਾ ਰਿਹਾ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਇਫ ਯੂ ਏਮ ਫॉर ਮੂਨ, even if you miss, you will be among the stars। ਸੋ ਏਮ ਬਿਗ ਕਰੋ। ਜੇਕਰ ਤੁਸੀਂ ਬਿਗ ਏਮ ਕਰੋਗੇ ਤਾਂ ਛੋਟੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਸੀਂ ਆਸਾਨੀ ਨਾਲ ਅਚੀਵ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਜੀ ਕਿ ਜੋ ਪ੍ਰੀਵੀਅਸ ਪੇਪਰ ਹੋਏ ਨੇ ਲਾਈਕ ਪੰਜਾਬ PCS ਹੋਇਆ, ਜਾਂ ਨਾਇਬ ਤਹਿਸੀਲਦਾਰ ਹੋਇਆ, ਜਾਂ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ, ਜਾਂ SSS ਬੋਰਡ ਲਾਈਕ ਜੋ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਇਆ ਸੀ, ਉਸ ਦੇ ਵਿੱਚ ਇਕੋਨਮੀ ਦੇ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਨੇ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਜੀ PCS 2015 ਦਾ ਪੇਪਰ। ਜੋ PCS 2015 ਹੋਇਆ ਸੀ, ਦੇਖੋ ਉਹਦੇ ਵਿੱਚ ਇਨਫਲੇਸ਼ਨ ਉੱਪਰ ਕੁਐਸਚਨ ਪੁੱਛਿਆ ਗਿਆ ਸੀ। ਇਹ ਜਿਹੜਾ ਕੁਐਸਚਨ ਆ ਇਹ ਸਟੈਟਿਕ GK ਦਾ ਪਾਰਟ ਹੋ ਜਾਂਦਾ। ਨੈਕਸਟ ਹੈਗਾ ਜੀ ਮੁਦਰਾ ਬਾਰੇ ਕੁਐਸਚਨ ਆਇਆ ਹੋਇਆ ਸੀ। ਮੁਦਰਾ ਦੇਖੋ ਗਵਰਨਮੈਂਟ ਦੀ ਇੱਕ ਸਕੀਮ ਜੋ ਫਾਈਨੈਂਸ਼ੀਅਲ ਇਨਕਲੂਜਨ ਦੇ ਲਈ ਸਟਾਰਟ ਕੀਤੀ ਗਈ ਸੀ। ਸੋ ਇਹ ਕਰੰਟ ਅਫੇਅਰਸ ਦਾ ਪਾਰਟ ਹੋ ਜਾਂਦਾ। ਇਸ ਤੋਂ ਇਲਾਵਾ ਥਰਡ ਸੀਗਾ ਜੀ ਡੋਮੈਸਟਿਕਲੀ ਸਿਸਟਮੈਟਿਕਲੀ ਇੰਪੋਰਟੈਂਟ ਬੈਂਕਸ, ਇਹ ਵੀ ਸਟੈਟਿਕ GK ਦਾ ਪਾਰਟ ਹੋ ਜਾਂਦਾ। 2018 ਦਾ ਜੋ PCS ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਕੋਨਮੀ ਦੇ ਕੁਐਸਚਨਸ ਦੀ ਜਿਹੜੀ ਵੇਟੇਜ ਆ ਉਹ 2015 ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਦੇਖੋ MSP ਦੇ ਉੱਪਰ 2 ਕੁਐਸਚਨ ਪੁੱਛੇ ਗਏ ਸੀ। ਇੰਟੀਗ੍ਰੇਟਡ ਵਾਟਰਸ਼ੈਡ ਸਕੀਮ ਜੋ ਇਰੀਗੇਸ਼ਨ ਨਾਲ ਰਿਲੇਟਡ ਆ, ਐਗਰੀਕਲਚਰ ਸੈਕਟਰ ਨਾਲ ਰਿਲੇਟਡ ਆ, ਇਹ ਉਹਦੇ ਬਾਰੇ ਕੁਐਸਚਨ ਆਇਆ ਸੀ। GST ਉੱਪਰ ਕੁਐਸਚਨ ਪੁੱਛਿਆ ਗਿਆ ਸੀ। ਐਸੈਂਸ਼ੀਅਲ ਕਮੋਡਿਟੀ ਐਕਟ ਕਰੰਟ ਅਫੇਅਰਸ ਦਾ ਪਾਰਟ ਹੈ ਜੋ, ਉਹਦੇ ਬਾਰੇ ਕੁਐਸਚਨ ਆਇਆ ਸੀ। ਇਸ ਤੋਂ ਇਲਾਵਾ ਸਟੈਂਡ ਅਪ ਇੰਡੀਆ ਸਕੀਮ, ਡੈਫੀਸਿਟ ਫਾਈਨੈਂਸਿੰਗ ਦੇਖੋ ਸਟੈਟਿਕ GK ਦਾ ਪਾਰਟ ਹੋ ਜਾਂਦਾ। ਸੋ ਇਹਦੇ ਬਾਰੇ ਵੀ ਕੁਐਸਚਨ ਆ ਚੁੱਕਿਆ। ਇਸ ਤੋਂ ਇਲਾਵਾ ਐਕਸਚੇਂਜ ਟ੍ਰੇਡਡ ਫੰਡ ਬਾਰੇ ਦੇਖੋ ਕੁਐਸਚਨ ਆ ਚੁੱਕਿਆ। PM ਇਕੋਨਮਿਕ ਐਡਵਾਈਜ਼ਰੀ ਕਾਊਂਸਲ, ਇਨੋਵੇਟ ਇਨ ਇੰਡੀਆ ਸਕੀਮ, RBI ਦੇ ਨਾਲ ਰਿਲੇਟਡ ਕੁਐਸਚਨ ਦੇਖੋ ਪੇਪਰ 'ਚ ਪੁੱਛੇ ਜਾ ਚੁੱਕੇ ਆ। ਸਟੈਗਫਲੇਸ਼ਨ ਜੋ ਕਿ ਇਨਫਲੇਸ਼ਨ ਨਾਲ ਰਿਲੇਟਡ ਹੀ ਇੱਕ ਟੌਪਿਕ ਹੈ। ਇਨਫਲੇਸ਼ਨ ਬਾਰੇ ਆਪਾਂ ਪਹਿਲਾਂ ਵੀ ਦੇਖਿਆ ਕਿ 2015 ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ। ਇਸ ਤੋਂ ਇਲਾਵਾ ਹੰਗਰ ਨਾਲ ਰਿਲੇਟਡ ਜਿਹੜਾ ਕੁਐਸਚਨ ਆ ਉਹ ਵੀ 2018 ਦੇ ਵਿੱਚ ਪੁੱਛਿਆ ਗਿਆ ਸੀ। ਸੋ ਨੈਕਸਟ ਹੁਣ ਆਪਾਂ ਦੇਖਦੇ ਹਾਂ ਜੀ ਕਿ 2021 ਦੇ ਵਿੱਚ ਜਿਹੜਾ PCS ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਕੋਨਮੀ ਸੈਕਸ਼ਨ ਨਾਲ ਰਿਲੇਟਡ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਸੀ। ਦੇਖੋ ਬੈਂਕਿੰਗ ਸੈਕਟਰ ਨਾਲ ਰਿਲੇਟਡ ਕੁਐਸਚਨਸ ਦੀ ਗੱਲ ਕਰਦੇ ਹਾਂ ਤਾਂ ਫਸਟਲੀ ਦੇਖੋ ਪ੍ਰਾਇੋਰਟੀ ਸੈਕਟਰ ਲੈਂਡਿੰਗ ਬਾਰੇ ਕੁਐਸਚਨ ਪੁੱਛਿਆ ਗਿਆ। 8 ਕੋਰ ਇੰਡਸਟਰੀਜ਼ ਬਾਰੇ ਕੁਐਸਚਨ ਪੁੱਛਿਆ ਗਿਆ ਸੀ। ਇਸ ਤੋਂ ਇਲਾਵਾ ਡੋਮੈਸਟਿਕ ਸਿਸਟਮੈਟਿਕਲੀ ਇੰਪੋਰਟੈਂਟ ਬੈਂਕ, ਇਹ ਕੁਐਸਚਨ ਫਿਰ ਦੇਖੋ ਪੇਪਰ ਦੇ ਵਿੱਚ ਪੁੱਛਿਆ ਗਿਆ, ਪਹਿਲਾਂ ਵੀ ਇਹ 2015 ਦੇ ਵਿੱਚ ਆ ਚੁੱਕਿਆ। ਨੈਕਸਟ ਦੇਖੋ ਬੈਂਕਿੰਗ ਸੈਕਟਰ ਨਾਲ ਰਿਲੇਟਡ ਫਿਰ ਇੱਕ ਕੁਐਸਚਨ ਹੁੰਦਾ ਪੇਮੈਂਟ ਬੈਂਕ ਐਂਡ ਸਮਾਲ ਫਾਈਨੈਂਸ ਬੈਂਕ। ਇਟ ਮੀਨਸ ਇੱਥੋਂ ਆਪਾਂ ਨੂੰ ਇਹ ਅੰਦਾਜ਼ਾ ਹੋ ਜਾਂਦਾ ਕਿ ਬੈਂਕਿੰਗ ਸੈਕਟਰ ਬਾਰੇ ਪੇਪਰ ਦੇ ਵਿੱਚ ਕਾਫੀ ਕੁਐਸਚਨ ਪੁੱਛੇ ਜਾ ਰਹੇ ਆ। ਇਸ ਤੋਂ ਇਲਾਵਾ ਦੇਖੋ ਫਿਰ ਬੈਂਕਿੰਗ ਸੈਕਟਰ ਨਾਲ ਰਿਲੇਟਡ ਕੁਐਸਚਨ ਆ ਜਾਂਦਾ ਨਾਨ ਪਰਫਾਰਮਿੰਗ ਐਸੈਟਸ, ਇਹ ਵੀ ਬੈਂਕਿੰਗ ਸੈਕਟਰ ਨਾਲ ਰਿਲੇਟਡ ਆ। ਨੈਕਸਟ ਫਿਰ ਦੇਖੋ ਚੈੱਕ ਟ੍ਰਾਂਜੈਕਸ਼ਨ ਸਿਸਟਮ RBI ਨਾਲ ਰਿਲੇਟਡ, ਜੋ ਕਿ ਇੱਕ ਬੈਂਕਿੰਗ ਸੈਕਟਰ ਨਾਲ ਰਿਲੇਟਡ ਫਿਰ ਕੁਐਸਚਨ ਹੋ ਜਾਂਦਾ। ਨੈਕਸਟ ਦੇਖੋ ਜੀ ATM ਨਾਲ ਰਿਲੇਟਡ ਕੁਐਸਚਨ ਆ ਰਿਹਾ, ਇਟ ਮੀਨਸ ਇਹ ਵੀ ਬੈਂਕਿੰਗ ਨਾਲ ਰਿਲੇਟਡ ਹੋ ਜਾਂਦਾ। ਨੈਕਸਟ ਵਨ ਕ੍ਰੈਡਿਟ ਰੇਟਿੰਗ ਏਜੰਸੀਜ਼, ਇਹ ਵੀ ਦੇਖੋ ਆਪਣੇ ਫਾਈਨੈਂਸ਼ੀਅਲ ਸਿਸਟਮ ਨਾਲ ਰਿਲੇਟਡ ਕੁਐਸਚਨ ਹੋ ਜਾਂਦਾ। ਨੈਕਸਟ ਵਨ ਟ੍ਰੈਡਸ ਪੋਰਟਲ ਬਾਰੇ ਪੁੱਛਿਆ ਗਿਆ ਸੀ, ਜੋ ਕਿ ਉਸ ਵੇਲੇ ਕਾਫੀ ਨਿਊਜ਼ ਦੇ ਵਿੱਚ ਸੀਗਾ। ਨੈਕਸਟ ਵਨ ਦੇਖੋ ਜੀ ਐਂਜਲ ਟੈਕਸ ਬਾਰੇ ਕੁਐਸਚਨ ਪੁੱਛਿਆ ਗਿਆ, ਜੋ ਕਿ ਟੈਕਸੇਸ਼ਨ ਸਿਸਟਮ ਦਾ ਪਾਰਟ ਹੋ ਜਾਂਦਾ। ਨੈਕਸਟ ਵਨ ਹੈਗਾ ਜੀ ਯੂਜ਼ੁਅਲ ਪ੍ਰਿੰਸੀਪਲ ਸਟੇਟਸ, ਯੂਜ਼ੁਅਲ ਸਬਸਿਡਰੀ ਸਟੇਟਸ, ਜੋ ਕਿ ਇੰਪਲੋਇਮੈਂਟ ਅਨਇੰਪਲੋਇਮੈਂਟ ਨਾਲ ਰਿਲੇਟਡ ਇੱਕ ਟੌਪਿਕ ਹੈ। ਨੈਕਸਟ ਵਨ ਦੇਖੋ ਜੀ ਨੈਕਸਟ ਆਪਣਾ ਜੋ ਗੈਟਸ ਬਾਰੇ ਕੁਐਸਚਨ ਪੁੱਛਿਆ ਜਾਂਦਾ, ਜੋ ਕਿ WTO ਨਾਲ ਰਿਲੇਟਡ ਆ। ਇਟ ਮੀਨਸ ਕਿ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਜੋ ਇਕੋਨਮੀ ਸੈਕਟਰ ਨਾਲ ਰਿਲੇਟਡ ਨੇ, ਉਹਨਾਂ ਨੂੰ ਕਵਰ ਕਰਨਾ ਵੀ ਇਕੋਨਮਿਕ ਪੋਰਸ਼ਨ ਦੇ ਲਈ ਜ਼ਰੂਰੀ ਹੋ ਜਾਂਦਾ। ਇਸ ਤੋਂ ਇਲਾਵਾ ਦੇਖੋ ਗਵਰਨਮੈਂਟ ਦੇ ਜੋ ਰੈਵੈਨਿਊ ਰਿਸੋਰਸਸ ਨੇ, ਉਹਨਾਂ ਬਾਰੇ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ। ਇਟ ਮੀਨਸ ਇਹ ਪੋਰਸ਼ਨ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋ ਜਾਂਦਾ। ਨੈਕਸਟ ਵਨ ਦੇਖੋ ਜੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਔਰ ਹੋਲਸੇਲ ਪ੍ਰਾਈਸ ਇੰਡੈਕਸ, ਇਟ ਮੀਨਸ ਇਹ ਵੀ ਇਨਫਲੇਸ਼ਨ ਨਾਲ ਰਿਲੇਟਡ ਟੌਪਿਕ ਆ ਗਿਆ। ਸੋ ਇਨਫਲੇਸ਼ਨ ਦਾ ਟੌਪਿਕ ਇਹ ਵੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੋ ਜਾਂਦਾ। ਨੈਕਸਟ ਵਨ ਦੇਖੋ ਗੱਲ ਕਰਦੇ ਹਾਂ ਜੀ ਆਪਾਂ MSP ਬਾਰੇ, ਫਿਰ ਦੇਖੋ ਕੁਐਸਚਨ ਆ ਚੁੱਕਿਆ
2018 ਦੇ ਵਿੱਚ ਵੀ MSP ਉੱਪਰ 2 ਕੁਐਸਚਨ ਪੁੱਛੇ ਗਏ ਸੀ। ਸੋ 2021 ਦੇ ਵਿੱਚ ਵੀ ਫਿਰ MSP ਉੱਪਰ ਕੁਐਸਚਨ ਆਉਂਦਾ। ਨੈਕਸਟ ਵਨ ਹੈਗਾ ਜੀ escrow ਅਕਾਊਂਟ ਦੇ ਬਾਰੇ, ਜੋ ਕਿ ਐਕਸਟਰਨਲ ਟ੍ਰੇਡ ਦੇ ਨਾਲ ਰਿਲੇਟਡ ਹੋ ਜਾਂਦਾ। ਨੈਕਸਟ ਵਨ ਦੇਖੋ ਜੀ, ਜੋ ਇਕੋਨਮੀ 'ਚ ਕਾਫੀ ਡਿਫਰੈਂਟ ਟਾਈਪ ਦੇ ਸੈਕਟਰਸ ਪਾਏ ਜਾਂਦੇ ਆ, ਉਹਨਾਂ 'ਚੋਂ ਕੁਐਸਚਨ ਹੈ। ਦੇਖੋ ਜਿਵੇਂ ਮਿਨਰਲ ਸੈਕਟਰ ਨਾਲ ਰਿਲੇਟਡ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਿਆ। ਨੈਕਸਟ ਵਨ ਦੇਖੋ, ਜੋ ਗਵਰਨਮੈਂਟ ਵੱਲੋਂ ਡਿਫਰੈਂਟ ਸੈਕਟਰਸ ਦੇ ਲਈ ਸਕੀਮਾਂ ਚਲਾਈਆਂ ਜਾਂਦੀਆਂ, ਉਹਨਾਂ ਬਾਰੇ ਕੁਐਸਚਨ ਪੇਪਰ ਦੇ ਵਿੱਚ ਆਇਆ ਸੀ 2021 ਦੇ ਵਿੱਚ। ਐਕਸਪੋਰਟ ਦੇ ਨਾਲ ਰਿਲੇਟਡ ਕੁਐਸਚਨ ਦੇਖੋ ਆ ਚੁੱਕਿਆ, ਐਕਸਪੋਰਟ ਪ੍ਰੀਪੇਅਰਡਨੈਸ ਇੰਡੈਕਸ। ਨੈਕਸਟ ਦੇਖੋ ਜੀ, ਹੁਣ ਆਪਾਂ ਕੋਆਪਰੇਟਿਵ ਇੰਸਪੈਕਟਰ ਦਾ ਜੋ 2022 ਦੇ ਵਿੱਚ ਗਵਰਨਮੈਂਟ ਵੱਲ ਪੇਪਰ ਲਿਆ ਗਿਆ ਸੀ, ਉਹਦੇ ਵਿੱਚ ਦੇਖਦੇ ਹਾਂ ਕਿ ਇਕੋਨਮੀ ਦੇ ਨਾਲ ਰਿਲੇਟਡ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਸੀ। ਦੇਖੋ GST ਬਾਰੇ ਕੁਐਸਚਨ ਪੁੱਛਿਆ ਗਿਆ। GST ਬਾਰੇ ਕੁਐਸਚਨ ਦੇਖੋ ਪਹਿਲਾਂ ਵੀ PCS ਦੇ ਵਿੱਚ ਵੀ ਦੇਖ ਚੁੱਕੇ ਹਾਂ। ਇਟ ਮੀਨਸ ਕਿ ਜੋ ਟੈਕਸੇਸ਼ਨ ਨਾਲ ਰਿਲੇਟਡ ਟੌਪਿਕਸ ਨੇ ਉਹ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਵਰ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਨੇ। ਇਸ ਤੋਂ ਇਲਾਵਾ ਜੇਕਰ ਆਪਾਂ ਦੇਖਦੇ ਹਾਂ ਕਿ ਸਕੀਮਸ ਨਾਲ ਰਿਲੇਟਡ ਦੇਖੋ, ਕਿਸਾਨ ਸਾਰਥੀ ਡਿਜੀਟਲ ਪਲੇਟਫਾਰਮ, ਜੋ ਕਿ ਐਗਰੀਕਲਚਰ ਸੈਕਟਰ ਨਾਲ ਰਿਲੇਟਡ ਇੱਕ ਟੌਪਿਕ ਆ, ਇਹਦੇ ਬਾਰੇ ਪੇਪਰ 'ਚ ਕੁਐਸਚਨ ਪੁੱਛਿਆ ਗਿਆ। ਦੇਖੋ ਇੱਕ ਸਕੀਮ ਨਾਲ ਰਿਲੇਟਡ ਹੋਰ ਕੁਐਸਚਨ ਆ ਚੁੱਕਿਆ, ਪੂਰਾ ਸਕੀਮ। ਇਟ ਮੀਨਸ ਕਿ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਸਕੀਮਸ ਨੂੰ ਕਵਰ ਕਰਨਾ ਵੀ ਕਾਫੀ ਇੰਪੋਰਟੈਂਟ ਹੋ ਜਾਂਦਾ। ਨੈਕਸਟ ਹੁਣ ਆਪਾਂ ਦੇਖਦੇ ਹਾਂ, ਦੇਖੋ ਸਟੈਟਿਕ GK ਦੇ ਵਿੱਚੋਂ RBI ਦੇ ਰਿਗਾਰਡਿੰਗ ਕੁਐਸਚਨ ਪੁੱਛਿਆ ਗਿਆ। RBI ਬਾਰੇ ਕੁਐਸਚਨ ਦੇਖੋ ਜੋ PCS ਦੇ ਪੇਪਰ ਆਪਾਂ ਦੇਖ ਚੁੱਕੇ ਹਾਂ, ਉਹਨਾਂ ਦੇ ਵਿੱਚ ਵੀ ਆ ਚੁੱਕੇ ਆ। ਇਸ ਤੋਂ ਇਲਾਵਾ ਦੇਖੋ ਕੋਆਪਰੇਟਿਵ ਬੈਂਕਸ ਬਾਰੇ ਕੁਐਸਚਨ ਪੁੱਛਿਆ ਗਿਆ। ਇਸ ਤੋਂ ਇਲਾਵਾ ਦੇਖੋ ਜੀ, ਇੱਕ ਸ਼ਾਂਤਾ ਕੁਮਾਰ ਕਮੇਟੀ, ਜੋ ਕਿ FCI ਨਾਲ ਰਿਲੇਟਡ ਹੈ, ਐਂਡ FCI ਦਾ ਜਿਹੜਾ ਡਾਇਰੈਕਟ ਕੰਸਰਨ ਆ ਉਹ ਐਗਰੀਕਲਚਰ ਸੈਕਟਰ ਦੇ ਨਾਲ ਆ। ਇਟ ਮੀਨਸ ਕਿ ਐਗਰੀਕਲਚਰ ਸੈਕਟਰ ਦੀਆਂ ਜੋ ਡਿਫਰੈਂਟ ਕਮੇਟੀਜ਼ ਨੇ, ਉਹ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਰੂਰੀ ਹੋ ਜਾਂਦੀਆਂ। ਇਸ ਤੋਂ ਇਲਾਵਾ ਦੇਖੋ, ਜਦੋਂ ਹੁਣ ਆਪਾਂ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਦੇਖਦੇ ਹਾਂ, ਤਾਂ ਦੇਖੋ ਜ਼ੀਰੋ ਕੂਪਨ ਬੌਂਡ ਬਾਰੇ ਕੁਐਸਚਨ ਆਇਆ ਹੋਇਆ। ਇਟ ਮੀਨਸ ਕਿ ਜਿਹੜਾ ਇਹ ਟੌਪਿਕ ਹੈ, ਇਹ ਮਨੀ ਮਾਰਕੀਟਸ ਔਰ ਕੈਪੀਟਲ ਮਾਰਕੀਟਸ ਨਾਲ ਰਿਲੇਟਡ ਹੈ। ਇਟ ਮੀਨਸ ਕਿ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਮਨੀ ਮਾਰਕੀਟਸ ਐਂਡ ਕੈਪੀਟਲ ਮਾਰਕੀਟਸ ਨੂੰ ਕਵਰ ਕਰਨਾ ਵੀ ਕਾਫੀ ਇੰਪੋਰਟੈਂਟ ਹੋ ਜਾਂਦਾ। ਐਂਡ ਨੈਕਸਟ ਜੇਕਰ ਆਪਾਂ ਦੇਖੀਏ ਤਾਂ ਦੇਖੋ ਨਰੇਗਾ ਬਾਰੇ ਕੁਐਸਚਨ ਆਇਆ ਹੋਇਆ, ਜੋ ਕਿ ਇੱਕ ਲੇਬਰ ਸੈਕਟਰ ਦੇ ਨਾਲ ਰਿਲੇਟਡ ਹੈ। ਇਟ ਮੀਨਸ ਕਿ ਲੇਬਰ ਸੈਕਟਰ ਦੇ ਜੋ ਡਿਫਰੈਂਟ ਇਨੀਸ਼ੀਏਟਿਵਸ ਗਵਰਨਮੈਂਟ ਵੱਲੋਂ ਲਏ ਗਏ ਆ, ਉਹਨਾਂ ਨੂੰ ਕਵਰ ਕਰਨਾ ਵੀ ਪੇਪਰ ਦੇ ਪੁਆਇੰਟ ਆਫ ਵਿਊ ਜ਼ਰੂਰੀ ਹੋ ਜਾਂਦਾ। ਨੈਕਸਟ ਜੇਕਰ ਆਪਾਂ ਦੇਖੀਏ ਜੀ, ਦੇਖੋ ਡਿਫਰੈਂਟ ਟਾਈਪ ਦੀਆਂ ਫਿਰ ਸਕੀਮ ਆਉਂਦੀਆਂ ਜੋ ਇੰਡਸਟਰੀਅਲ ਸੈਕਟਰ ਦੇ ਨਾਲ ਰਿਲੇਟਡ ਆ, ਲਾਈਕ MRTP ਹੋ ਗਿਆ, FEMA ਹੋ ਗਿਆ। ਸੋ ਨੈਕਸਟ ਦੇਖਦੇ ਹਾਂ ਜੀ ਆਪਾਂ, ਦੇਖੋ ਬਜਟ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛਿਆ ਗਿਆ। ਇਸ ਤੋਂ ਇਲਾਵਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਨੂੰ ਇਹ ਗੱਲ ਵੀ ਪਤਾ ਲੱਗਦੀ ਹੈ ਕਿ ਇਕੋਨੋਮਿਕ ਸਰਵੇ ਨੂੰ ਵੀ ਸਟੱਡੀ ਕਰਨਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੋ ਜਾਂਦਾ। ਸੋ ਨੈਕਸਟ ਆਪਾਂ ਦੇਖਦੇ ਹਾਂ ਜੀ, ਉਹ ਐਕਸਾਈਜ਼ ਇੰਸਪੈਕਟਰ ਦਾ ਪੇਪਰ ਲਿਆ ਗਿਆ ਸੀ ਗਵਰਨਮੈਂਟ ਦੇ ਦੁਆਰਾ 2021 ਦੇ ਵਿੱਚ। ਉਸ ਦੇ ਵਿੱਚ ਵੀ ਕਾਫੀ ਇਕੋਨਮੀ ਸੈਕਸ਼ਨ ਤੋਂ ਕੁਐਸਚਨ ਪੁੱਛੇ ਗਏ ਸੀ। ਲਾਈਕ ਦੇਖੋ GST ਬਾਰੇ ਕੁਐਸਚਨ ਆਇਆ ਹੋਇਆ। ਸੋ ਗਵਰਨਮੈਂਟ ਦੇ ਡਿਵੈਲਪਮੈਂਟ ਔਰ ਨਾਨ ਡਿਵੈਲਪਮੈਂਟ ਐਕਸਪੈਂਡੀਚਰਸ ਉੱਪਰ ਕੁਐਸਚਨ ਆਇਆ ਹੋਇਆ। ਕੰਪਲਸਰੀ ਲਾਇਸੈਂਸਿੰਗ ਦੇ ਉੱਪਰ ਕੁਐਸਚਨ ਆਇਆ ਹੋਇਆ, ਜੋ ਕਿ ਇੱਕ ਇੰਡਸਟਰੀ ਸੈਕਟਰ ਦਾ ਪਾਰਟ ਹੋ ਜਾਂਦਾ। ਇਸ ਤੋਂ ਇਲਾਵਾ ਜੋ ਪੰਜਾਬ ਦਾ ਬਜਟ ਆ, ਦੇਖੋ ਉਹਦੇ ਵਿੱਚੋਂ ਵੀ ਡਾਇਰੈਕਟ ਕੁਐਸਚਨ ਪੁੱਛਿਆ ਹੋਇਆ। ਨੈਕਸਟ ਕੁਐਸਚਨ ਇੱਕ ਹੋਰ ਆਪਾਂ ਦੇਖੋ ਦੇਖਦੇ ਹਾਂ, GST ਬਾਰੇ ਪੁੱਛਿਆ ਗਿਆ। ਦੇਖੋ ਇਹ ਸਾਰੇ ਜੋ ਪੇਪਰਸ ਨੇ, ਇਹਨਾਂ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਚੀਜ਼ ਦਾ ਅੰਦਾਜ਼ਾ ਹੋ ਜਾਂਦਾ ਕਿ ਸਾਨੂੰ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਿੰਨਾ ਟੌਪਿਕਸ ਨੂੰ ਕਰਨ ਦੀ ਜ਼ਰੂਰਤ ਆ, ਐਂਡ ਕਿਹੜੇ ਟੌਪਿਕ ਨੂੰ ਸਾਨੂੰ ਕਿੰਨੀ ਡੂੰਘਾਈ ਤੱਕ ਕਰਨ ਦੀ ਜ਼ਰੂਰਤ ਆ। ਸੋ ਹੁਣ ਨੈਕਸਟ ਆਪਾਂ ਦੇਖਦੇ ਹਾਂ ਜੀ ਕਿ ਜੋ ਆਪਾਂ ਕੋਰਸ ਸਟਾਰਟ ਕਰਨ ਜਾ ਰਹੇ ਹਾਂ, ਇਹਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਡੀਲ ਕਰਾਂਗੇ। ਫਸਟਲੀ ਦੇਖੋ ਨੈਸ਼ਨਲ ਇਨਕਮ ਨਾਲ ਰਿਲੇਟਡ ਸਾਰੇ ਟੌਪਿਕਸ ਆਪਾਂ ਸਟੱਡੀ ਕਰਾਂਗੇ, ਲਾਈਕ GDP ਹੋ ਗਿਆ, ਗ੍ਰੋਸ ਨੈਸ਼ਨਲ ਪ੍ਰੋਡਕਟ ਹੋ ਗਿਆ, ਨੈਟ ਨੈਸ਼ਨਲ ਪ੍ਰੋਡਕਟ ਹੋ ਗਿਆ, और प्राइवेट इनकम, पर्सनल इनकम और अदर जो गवर्नमेंट के द्वारा GDP ਨੂੰ ਲੈ ਕੇ ਜੋ ਚੇਂਜਸ ਕੀਤੇ ਗਏ ਸੀ, ਲਾਈਕ ਬੇਸ ਈਅਰ ਚੇਂਜ ਕੀਤਾ ਗਿਆ ਸੀ, ਇਸ ਤਰ੍ਹਾਂ ਦੇ ਸਾਰੇ ਜਿਹੜੀ ਚੀਜ਼ਾਂ ਉਹ ਆਪਾਂ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਆਪਾਂ ਦੇਖੋ ਇਨਕਲੂਸਿਵ ਗਰੋਥ ਕੀ ਹੁੰਦੀ ਆ, ਸਸਟੇਨੇਬਲ ਡਿਵੈਲਪਮੈਂਟ ਕੀ ਹੁੰਦੀ ਆ, ਸਸਟੇਨੇਬਲ ਡਿਵੈਲਪਮੈਂਟ ਗੋਲਸ ਕਿੰਨੇ ਨੇ, ਜਾਂ ਇਹਨਾਂ ਗੋਲਸ ਨੂੰ ਪੂਰਾ ਕਰਨ ਦੇ ਲਈ ਗਵਰਨਮੈਂਟ ਦੁਆਰਾ ਕਿਹੜੇ ਇਨੀਸ਼ੀਏਟਿਵ ਲਏ ਗਏ ਨੇ, ਇਹ ਸਾਰੇ ਆਪਾਂ ਸਟੱਡੀ ਕਰਾਂਗੇ। ਇਸ ਤੋਂ ਇਲਾਵਾ ਦੇਖੋ ਇਨਫਲੇਸ਼ਨ ਨਾਲ ਰਿਲੇਟਡ ਟੌਪਿਕਸ ਆਪਾਂ ਕਰਾਂਗੇ। ਇਨਫਲੇਸ਼ਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਇਨਫਲੇਸ਼ਨ ਨੂੰ ਆਪਾਂ ਮੈਜ਼ਰ ਕਿਵੇਂ ਕਰਨਾ, ਜਾਂ ਇਨਫਲੇਸ਼ਨ ਨਾਲ ਰਿਲੇਟਡ ਦੇਖੋ ਜੋ ਕਰਵਸ ਹੁੰਦੇ ਨੇ, ਲਾਈਕ ਫਿਲਿਪਸ ਕਰਵ ਆ ਗਈ, ਜਾਂ ਹੋਰ ਵੀ ਅਦਰ ਟਾਈਪਸ ਦੀਆਂ ਕਰਵ ਹੋ ਗਈਆਂ ਜੋ ਅਦਰ ਕਿਸੇ ਸੈਕਟਰ ਨਾਲ ਰਿਲੇਟਡ ਨੇ, ਲਾਈਕ ਲੋਰੈਂਸ ਕਰਵ ਹੋ ਗਈ। ਸੋ ਇਹਨਾਂ ਸਾਰੀਆਂ ਕਰਵਸ ਨੂੰ ਆਪਾਂ ਸਟੱਡੀ ਕਰਾਂਗੇ। ਇਸ ਤੋਂ ਇਲਾਵਾ ਦੇਖੋ ਜੀ ਆਪਾਂ ਮਨੀ ਰਿਲੇਟਡ ਟੌਪਿਕਸ ਵੀ ਕਰਾਂਗੇ, ਲਾਈਕ ਮਾਰਕੀਟਸ, ਮਨੀ ਮਾਰਕੀਟਸ ਕਿੰਨੀਆਂ ਹੁੰਦੀਆਂ ਨੇ, ਮਨੀ ਮਾਰਕੀਟ ਹੋ ਗਈ, ਕੈਪੀਟਲ ਮਾਰਕੀਟ ਹੋ ਗਈ। ਇਸ ਤੋਂ ਇਲਾਵਾ RBI ਨਾਲ ਰਿਲੇਟਡ ਜਿਹੜੇ ਟੌਪਿਕਸ ਉਹ ਵੀ ਸਟੱਡੀ ਕਰਾਂਗੇ। ਮੋਨੀਟਰੀ ਪੋਲਿਸੀ ਹੋ ਗਈ, ਇਹਨੂੰ ਆਪਾਂ ਡੀਪਲੀ ਸਟੱਡੀ ਕਰਾਂਗੇ।
ਇਸ ਤੋਂ ਇਲਾਵਾ ਦੇਖੋ ਬੈਂਕਿੰਗ ਸੈਕਟਰ ਨਾਲ ਜੋ ਰਿਲੇਟਡ ਟੌਪਿਕਸ ਨੇ ਉਹਨਾਂ ਨੂੰ ਵੀ ਆਪਾਂ ਸਟੱਡੀ ਕਰਾਂਗੇ। ਬੈਂਕਿੰਗ ਦੇਖੋ ਲਾਈਕ ਬੈਂਕ ਕਿੰਨੇ ਟਾਈਪਸ ਦੇ ਨੇ, ਸ਼ਡਿਊਲਡ ਕਮਰਸ਼ੀਅਲ ਬੈਂਕਸ ਹੋ ਗਏ, ਕੋਆਪਰੇਟਿਵ ਬੈਂਕਸ ਹੋ ਗਏ, ਡਿਵੈਲਪਮੈਂਟ ਬੈਂਕਸ ਹੋ ਗਏ ਔਰ ਅਦਰ ਬੈਂਕਸ ਲਾਈਕ ਸਮਾਲ ਪੇਮੈਂਟਸ ਬੈਂਕ ਹੋ ਗਈਆਂ, ਸਮਾਲ ਫਾਈਨੈਂਸਿਸ ਬੈਂਕਸ ਹੋ ਗਈਆਂ। ਸੋ ਅਦਰ ਵੇਰੀਅਸ ਕॉन्सेप्ट्स ਹੋ ਗਏ ਲਾਈਕ ਪ੍ਰਾਇਰ ਸੈਕਟਰ ਲੈਂਡਿੰਗ ਹੋ ਗਿਆ। ਸੋ ਬੇਸਲ ਨॉर्म्स ਹੋ ਗਏ, ਡੋਮੈਸਟਿਕਲੀ ਸਿਸਟਮੈਟਿਕਲੀ ਇੰਪੋਰਟੈਂਟ ਬੈਂਕਸ ਹੋ ਗਏ। ਇਸ ਤੋਂ ਇਲਾਵਾ ਜੋ ਡਿਫਰੈਂਟ ਟਾਈਪ ਦੇ ਬੈਂਕਿੰਗ ਇਨੀਸ਼ੀਏਟਿਵਸ ਗਵਰਨਮੈਂਟ ਵੱਲੋਂ ਲਏ ਗਏ ਨੇ ਉਹਨਾਂ ਬਾਰੇ ਵੀ ਆਪਾਂ ਸਟੱਡੀ ਕਰਾਂਗੇ। ਇਸ ਤੋਂ ਇਲਾਵਾ ਗਵਰਨਮੈਂਟ ਦੀ ਫਿਸਕਲ ਪਾਲਿਸੀ ਹੋ ਗਈ ਜੀ, ਇਹ 'ਚ ਆਪਾਂ ਸਟੱਡੀ ਕਰਾਂਗੇ ਕਿ ਰੈਵਨਿਊ ਅਕਾਊਂਟ ਕੀ ਹੁੰਦਾ, ਕੈਪੀਟਲ ਅਕਾਊਂਟ ਕੀ ਹੁੰਦਾ। ਇਸ ਤੋਂ ਇਲਾਵਾ ਵੇਰੀਅਸ ਟਾਈਪ ਦੇ ਕॉन्सेप्ट्स ਲਾਈਕ ਫਿਸਕਲ ਡੈਫੀਸਿਟ ਕੀ ਹੁੰਦਾ, ਰੈਵਨਿਊ ਡੈਫੀਸਿਟ ਕੀ ਹੁੰਦਾ ਐਂਡ ਅਦਰ ਵੇਰੀਅਸ ਟਾਈਪ ਦੇ ਟੈਕਸਿਸ ਲਾਈਕ ਡਾਇਰੈਕਟ ਟੈਕਸਿਸ ਹੋ ਗਿਆ, ਇਨਡਾਇਰੈਕਟ ਟੈਕਸਿਸ ਹੋ ਗਿਆ, ਇਹ ਕੀ ਹੁੰਦੇ ਨੇ। ਇਸ ਤੋਂ ਇਲਾਵਾ ਜੀ ਐਕਸਪੋਰਟ ਇੰਪੋਰਟ ਰਿਲੇਟਡ ਟੌਪਿਕਸ ਨੂੰ ਸਟੱਡੀ ਕਰਾਂਗੇ ਆਪਾਂ, ਜਿਹਦੇ ਵਿੱਚ ਕਿ ਆਪਾਂ ਦੇਖੋ IMF ਜੋ ਇੰਟਰਨੈਸ਼ਨਲ ਮੋਨੇਟਰੀ ਫੰਡ ਆ ਇਹਦੇ ਦੁਆਰਾ ਜੋ ਇਨੀਸ਼ੀਏਟਿਵਸ ਨੇ ਜਾਂ ਇਹਨਾਂ ਦੁਆਰਾ ਜੋ ਰਿਫਾਰਮਸ ਗਵਰਨਮੈਂਟ ਨੂੰ ਕਹੇ ਗਏ ਨੇ ਇਹਨਾਂ ਸਾਰਿਆਂ ਨੂੰ ਸਟੱਡੀ ਕਰਾਂਗੇ ਆਪਾਂ। ਇਸ ਤੋਂ ਇਲਾਵਾ ਸਪੈਸ਼ਲ ਡਰਾਇੰਗ ਰਾਈਟਸ ਬਾਰੇ ਜ਼ਰੂਰ ਸਟੱਡੀ ਕੀਤਾ ਜਾਊਗਾ। ਇਸ ਤੋਂ ਇਲਾਵਾ ਜੋ ਵਰਲਡ ਬੈਂਕ ਦੇ ਜੋ ਇਨੀਸ਼ੀਏਟਿਵਸ ਨੇ ਉਹਨਾਂ ਨੂੰ ਵੀ ਸਟੱਡੀ ਕਰਾਂਗੇ ਆਪਾਂ। ਇੰਡੀਆ ਦੇ ਐਕਸਪੋਰਟ ਇੰਪੋਰਟ ਦੇ ਵਿੱਚ ਕਿੰਨਾ ਗੈਪ ਚੱਲ ਰਿਹਾ ਜਾਂ ਇੰਡੀਆ ਕਿਹੜੀ ਚੀਜ਼ਾਂ ਐਕਸਪੋਰਟ ਕਰ ਰਿਹਾ, ਕਿਹੜੀ ਚੀਜ਼ਾਂ ਇੰਪੋਰਟ ਕਰ ਰਿਹਾ, ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਜੀ ਵੇਰੀਅਸ ਸੈਕਟਰਸ ਹੋ ਗਏ ਲਾਈਕ ਐਗਰੀਕਲਚਰ ਸੈਕਟਰ ਹੋ ਗਿਆ, ਕਾਫੀ ਇੰਪੋਰਟੈਂਟ ਹੋ ਜਾਂਦਾ ਇਹ ਕਿਉਂਕਿ ਇੰਡੀਆ ਜਿਹੜੀ ਹੈਗਾ ਇਹ ਐਗਰੀਕਲਚਰ ਡੋਮੀਨੇਟਡ ਕੰਟਰੀ ਹੈ। ਸੋ ਐਗਰੀਕਲਚਰ ਸਟੱਡੀ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ, ਸਪੈਸ਼ਲੀ ਪੰਜਾਬ ਦੇ ਪੇਪਰ ਆ। ਪੰਜਾਬ ਸਪੈਸ਼ਲੀ ਐਗਰੀਕਲਚਰ ਡੋਮੀਨੇਟਡ ਸਟੇਟ ਆ ਤਾਂ ਇਹ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਇੰਡਸਟਰੀ ਬਾਰੇ ਡਿਸਕਸ ਕਰਾਂਗੇ, ਸਰਵਿਸ ਸੈਕਟਰ ਹੋ ਗਿਆ। ਇਸ ਤੋਂ ਇਲਾਵਾ ਵੇਰੀਅਸ ਅਦਰ ਟਾਈਪ ਦੇ ਸੈਕਟਰ ਹੋ ਗਏ ਲਾਈਕ ਟੈਕਸਟਾਈਲ ਸੈਕਟਰ, ਕਮਿਊਨੀਕੇਸ਼ਨ ਸੈਕਟਰ, ਮਿਨਰਲ ਸੈਕਟਰ ਔਰ ਕੋਲ ਸੈਕਟਰ ਔਰ ਐਨੀ ਅਦਰ ਜੋ ਗਵਰਨਮੈਂਟ ਵੱਲੋਂ ਸਕੀਮ ਸਟਾਰਟ ਕੀਤੀਆਂ ਗਈਆਂ ਨੇ ਜਾਂ ਨਵੇਂ ਇਨੀਸ਼ੀਏਟਿਵ ਲਏ ਗਏ ਨੇ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਜੀ ਵੇਰੀਅਸ ਅਦਰ ਟੌਪਿਕਸ ਲਾਈਕ ਪਾਵਰਟੀ ਹੋ ਗਿਆ, ਅਨਐਮਪਲਾਇਮੈਂਟ ਹੋ ਗਿਆ, ਐਜੂਕੇਸ਼ਨ ਹੋ ਗਿਆ, ਲੇਬਰ ਹੋ ਗਿਆ ਔਰ ਹੋਰ ਵੀ ਜੋ ਟੌਪਿਕਸ ਨੇ ਜੋ ਮੈਂ ਇੱਥੇ ਨਹੀਂ ਲਿਖੇ ਉਹ ਵੀ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਇਸ ਇਨੀਸ਼ੀਏਟਿਵ ਨੂੰ ਜ਼ਰੂਰ ਲਾਈਕ ਕਰੋਗੇ। ਸੋ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਇਹਨਾਂ ਵੀਡੀਓ ਲੈਕਚਰਸ ਦੀ ਕੋਈ PDF ਤੁਹਾਨੂੰ ਪ੍ਰੋਵਾਈਡ ਨਹੀਂ ਕਰਵਾਉਣੀ, ਬਿਕੋਜ਼ ਮੈਂ ਇਹ ਚਾਹੁੰਦਾ ਕਿ ਜਦੋਂ ਵੀ ਤੁਸੀਂ ਇਸ ਨੂੰ ਸਟੱਡੀ ਕਰੋਗੇ ਤਾਂ ਲੈਕਚਰ ਸੁਣਨ ਤੋਂ ਬਾਅਦ ਤੁਸੀਂ ਆਪਣੇ ਸੈਲਫ ਨੋਟਸ ਬਣਾਉਣੇ ਨੇ। ਬਿਕੋਜ਼ ਇੱਕ ਵਾਰ ਤੁਸੀਂ ਪਹਿਲਾਂ ਉਹਨਾਂ ਨੂੰ ਸੁਣ ਲੈਣਾ ਐਂਡ ਜਦੋਂ ਦੂਜੀ ਵਾਰ ਤੁਸੀਂ ਆਪਣੇ ਆਪ ਨੋਟਸ ਬਣਾਓਗੇ ਤਾਂ ਤੁਹਾਡੀ ਜਿਹੜੀ ਕਲੈਰਿਟੀ ਆਫ ਥੋਟਸ ਆ ਉਹ ਹੋਰ ਜ਼ਿਆਦਾ ਹੋ ਜੂਗੀ। ਸੋ ਐਂਡ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜੀ, ਸਿੱਖਦੇ ਰਹੋ, ਸਿਖਾਉਂਦੇ ਰਹੋ, ਅੱਗੇ ਵਧਦੇ ਰਹੋ। ਸੋ ਦੈਟਸ ਆਲ ਫॉर ਟੂਡੇ। ਮਿਲਦੇ ਹਾਂ ਜੀ ਆਪਾਂ ਲੈਕਚਰ 1 ਦੇ ਨਾਲ ਬਹੁਤ ਛੇਤੀ। ਥੈਂਕ ਯੂ।